जमात 7वीं। बच्चों, अज असी पाठ 20 कुंजा ने उड़ जाना पाठ ਨੂੰ ਰਿਵਾਈਜ਼ ਕਰਾਂਗੇ। ਇਸ ਦੇ ਪ੍ਰਸ਼ਨ ਉੱਤਰ, ਇਸ ਦੀ ਬੈਕ ਐਕਸਰਸਾਈਜ਼। ਬੱਚੋ, ਕੁੰਜਾਂ ਕੀ ਹੁੰਦੀਆਂ ਨੇ? ਪਰਦੇਸ ਵਿੱਚ। ਕੁੰਜਾਂ ਨੇ ਉੱਡ ਜਾਣਾ। ਕੁੰਜਾ ਇੱਕ ਪੰਛੀ ਹੈ ਜਿਹੜੀ ਕਿ ਵਿਦੇਸ਼ੀ ਹੈ। ਕਦੀ ਦੇਸ਼ ਤੋਂ, ਕੁੰਜਾਂ ਦਾ ਮਤਲਬ ਹੈ ਦੂਜੇ ਦੇਸ਼ ਉੱਡ ਜਾਣਾ। ਇਸ ਕਹਾਣੀ ਦੇ ਕਹਾਣੀਕਾਰ ਹਨ ਅਵਤਾਰ ਸਿੰਘ ਬਿਲਿੰਗ। ਕੌਣ ਹਨ ਬੱਚੋ ਕਹਾਣੀਕਾਰ? ਅਵਤਾਰ ਸਿੰਘ ਬਿਲਿੰਗ। ਇਸ ਕਹਾਣੀ ਵਿੱਚ ਕੁੰਜਾਂ ਤੇ ਉੱਡ ਜਾਣ ਤੋਂ ਭਾਵ ਹੈ ਵਿਦੇਸ਼ ਵਿੱਚ ਜਾ ਕੇ ਕੋਈ ਕੰਮ ਧੰਦਾ ਕਰਨਾ। ਲੇਖਕ ਨੇ ਦੋ ਦੋਸਤਾਂ ਦੀ ਕਹਾਣੀ ਰਾਹੀਂ ਸਾਨੂੰ ਦੱਸਿਆ ਹੈ ਕਿ ਇੱਕ ਮੁੰਡਾ ਜਿਹੜਾ ਛਿੰਦਾ ਹੈ ਉਹ ਆਪਣੇ ਦੇਸ਼ ਨੂੰ ਬੜਾ ਪਿਆਰ ਕਰਦਾ ਹੈ ਤੇ ਉਹ ਇੱਥੇ ਹੀ ਰਹਿ ਕੇ ਪੜ੍ਹ ਲਿਖ ਕੇ ਇੱਥੇ ਹੀ ਰਹਿਣਾ ਚਾਹੁੰਦਾ ਹੈ, ਜਦਕਿ ਦੂਜਾ ਜਿਹੜਾ ਪਾਸ਼ੀ ਹੈ ਬੱਚੋ, ਉਹ ਆਪਣੇ ਦੇਸ਼ ਵਿੱਚ ਹੀ ਰਹਿਣਾ ਚਾਹੁੰਦਾ ਹੈ ਤੇ ਜਿਹੜਾ ਛਿੰਦਾ ਹੈ ਉਹ ਵਿਦੇਸ਼ ਵਿੱਚ ਜਾਣਾ ਚਾਹੁੰਦਾ ਹੈ। ਇਸ ਕਹਾਣੀ ਦੇ ਰਾਹੀਂ ਲੇਖਕ ਨੇ ਦੱਸਿਆ ਹੈ ਕਿ ਭਾਰਤ ਵਿੱਚ ਬੇਰੁਜ਼ਗਾਰੀ ਅਤੇ ਦੇ ਡਰ ਦੇ ਕਾਰਨ ਲੋਕ ਵਿਦੇਸ਼ ਧਰਤੀ 'ਤੇ ਜਾਣਾ ਚਾਹੁੰਦੇ ਹਨ। ਇੱਕ ਬੱਚੋ ਕਾਰਨ ਇਹ ਵੀ ਹੈ ਕਿ ਵਿਦੇਸ਼ ਵਿੱਚ ਜਾ ਕੇ ਲੋਕ ਛੋਟਾ ਕੰਮ ਵੀ ਕਰ ਲੈਂਦੇ ਹਨ, ਪਰ ਆਪਣੇ ਦੇਸ਼ ਵਿੱਚ ਉਹ ਛੋਟੇ ਕੰਮ ਨੂੰ ਕਰਨਾ ਆਪਣੀ ਸ਼ਾਨ ਦੇ ਬਰਖਲਾਫ ਸਮਝਦੇ ਹਨ। ਤੇ ਇਸ ਕਹਾਣੀ ਵਿੱਚ ਸਾਨੂੰ ਇਹ ਵੀ ਸਿੱਖ ਮਿਲਦੀ ਹੈ ਕਿ ਕੰਮ ਕੋਈ ਵੀ ਛੋਟਾ ਤੇ ਵੱਡਾ ਨਹੀਂ ਹੁੰਦਾ। ਕੋਈ ਵੀ ਕੰਮ ਹੋਵੇ, ਸਾਨੂੰ ਉਸਨੂੰ ਮਿਹਨਤ ਦੇ ਨਾਲ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੁੰਦਾ ਹੈ। ਤੇ ਇਸ ਪਾਠ ਦੀ ਬੱਚੋ ਇਹ ਸ਼ੋਰਟ ਵਿੱਚ ਕਹਾਣੀ ਹੈ ਜਿਹੜੀ ਕਿ ਤੁਹਾਨੂੰ ਸੰਖੇਪ ਰੂਪ ਵਿੱਚ ਦੱਸੀ ਗਈ। ਹੁਣ ਬੱਚੋ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਰਿਵਾਈਜ਼ ਕਰਾਂਗੇ। ਪਹਿਲੇ ਤਾਂ ਬੱਚੇ ਸਭ ਤੋਂ ਪਹਿਲੇ ਕੁੰਜਾਂ ਨੇ ਉੱਡ ਜਾਣਾ। ਕਹਾਣੀਕਾਰ ਕੌਣ ਹੈ? ਅਵਤਾਰ ਸਿੰਘ ਬਿਲਿੰਗ। ਕੌਣ ਹੈ ਬੱਚੋ? ਅਵਤਾਰ ਸਿੰਘ ਬਿਲਿੰਗ ਕੁੰਜਾਂ ਨੇ ਉੱਡ ਜਾਣਾ ਕਹਾਣੀ ਦੇ ਲੇਖਕ ਹਨ। ਸਭ ਬੱਚਿਆਂ ਨੂੰ ਯਾਦ ਹੋ ਗਿਆ ਤੁਹਾਨੂੰ? ਅੱਗੇ ਹੈ ਬੱਚੋ ਇਸ ਪਾਠ ਦੇ ਪ੍ਰਸ਼ਨ ਉੱਤਰ। ਕੁੰਜਾਂ ਨੇ ਉੱਡ ਜਾਣਾ। ਪਾਸੀ ਦਾ ਦਿਨ ਕਿਉਂ ਨਹੀਂ ਲੱਗ ਰਿਹਾ ਸੀ? ਕਿਉਂਕਿ ਉਸਨੇ ਨਵੇਂ ਸਕੂਲ ਵਿੱਚ ਦਾਖਲਾ ਲਿਆ ਸੀ ਅਤੇ ਅਜੇ ਕੋਈ ਵੀ ਉਸਦਾ ਸਾਥੀ ਨਹੀਂ ਬਣਿਆ ਸੀ। ਪਾਸ਼ੀ ਦਾ ਦਿਲ ਕਿਉਂ ਨਹੀਂ ਲੱਗ ਰਿਹਾ ਸੀ ਬੱਚੋ? ਕਿਉਂਕਿ ਉਸਨੇ ਨਵੇਂ ਸਕੂਲ ਵਿੱਚ ਦਾਖਲਾ ਲਿਆ ਸੀ ਅਤੇ ਉਸਦਾ ਕੋਈ ਵੀ ਉਸਦਾ ਸਾਥੀ ਨਹੀਂ ਬਣਿਆ ਸੀ। ਛਿੰਦੇ ਦੇ ਮਿਲਣ ਨਾਲ ਪਾਸ਼ੀ ਨੂੰ ਕੀ ਮਹਿਸੂਸ ਹੋਇਆ? ਛਿੰਦੇ ਦੀ ਮਿਲਣ ਨਾਲ ਪਾਸ਼ੀ ਬੜਾ ਖੁਸ਼ ਸੀ ਅਤੇ ਉਸਦਾ ਇਕੱਲਾਪਨ ਖਤਮ ਹੋ ਗਿਆ ਸੀ। ਛਿੰਦੇ ਤੇ ਮਿਲਣ ਨਾਲ ਜਿਹੜਾ ਪਾਸ਼ੀ ਸੀ ਉਹ ਬੜਾ ਖੁਸ਼ ਸੀ ਤੇ ਉਸਦੇ ਇਕੱਲਾਪਨ ਖਤਮ ਹੋ ਗਿਆ ਸੀ। ਜਦੋਂ ਉਹ ਪੜ੍ਹਦੇ ਪੜ੍ਹਦੇ ਥੱਕ ਜਾਂਦੇ ਤਾਂ ਉਹ ਕਿਤੇ ਜਾ ਕੇ ਮਨ ਪਰਚਾਵਾ ਕਰਦੇ ਸਨ। ਕਿਤੇ ਮਨ ਪਰਚਾਵਾ ਕਰਦੇ ਸਨ? ਉਹ ਹਾਕੀ ਗਰਾਊਂਡ ਵਿੱਚ ਖੇਡਦੇ ਅਤੇ ਆਰਤੀ ਥੀਏਟਰ ਵਿੱਚ ਪਿਕਚਰ ਨੂੰ ਵੇਖਣ ਜਾਂਦੇ ਸਨ। ਕਦੇ ਕਦੇ ਬੱਚੋ ਰੌਕ ਗਾਰਡਨ ਵੀ ਘੁੰਮਣ ਜਾਂਦੇ ਸਨ। ਉਹ ਵੀ ਤੁਸੀਂ ਇਸ ਵਿੱਚ ਲਿਖ ਸਕਦੇ ਹੋ। ਜਦੋਂ ਉਹ ਪੜ੍ਹਦੇ ਪੜ੍ਹਦੇ ਥੱਕ ਜਾਂਦੇ ਤਾਂ ਉਹ ਕਿੱਥੇ ਜਾ ਕੇ ਮਨ ਪਰਚਾਵਾ ਕਰਦੇ? ਉਹ ਹਾਕੀ ਗਰਾਊਂਡ ਵਿੱਚ ਖੇਡਦੇ ਹਨ ਅਤੇ ਆਰਤੀ ਥੀਏਟਰ ਵਿੱਚ ਪਿਕਚਰ ਨੂੰ ਵੇਖਣ ਜਾਂਦੇ ਸਨ ਅਤੇ ਇਸ ਦੇ ਨਾਲ
ਉਹ ਰੌਕ ਗਾਰਡਨ ਵੀ ਘੁੰਮਣ ਜਾਂਦੇ ਸਨ। ਸਾਲਾਨਾ ਫੰਕਸ਼ਨ ਵਿੱਚ ਦੋਵਾਂ ਦੋਸਤਾਂ ਨੇ ਕਾਹਦੇ ਵਿੱਚ ਧੂਮਾਂ ਪਾਈਆਂ ਸਨ? ਪਾਸ਼ੀ ਨੇ ਜਦੋਂ ਸਕੂਲ ਦਾ ਸਾਲਾਨਾ ਫੰਕਸ਼ਨ ਹੁੰਦਾ ਹੈ ਤੇ ਦੋਵਾਂ ਦੋਸਤਾਂ ਨੇ ਕਿਸ ਵਿੱਚ ਧੂਮਾਂ ਪਾਈਆਂ ਸਨ? ਪਾਸ਼ੀ ਨੇ ਪਿਛਲੇ ਸਾਲ +1 ਦੇ ਇਮਤਿਹਾਨ ਵਿੱਚ ਫਸਟ ਆਉਣ ਕਰਕੇ ਉਸਨੂੰ ਇਨਾਮ ਮਿਲਣਾ ਸੀ ਅਤੇ ਛਿੰਦੇ ਨੂੰ ਪੰਜਾਬੀ ਨਾਚ ਵਿੱਚ ਗਾਉਣ ਵਜਾਉਣ ਤੇ ਭੰਗੜਾ ਪਾਉਣ ਵਿੱਚ। ਬੱਚੋ ਦੋਨਾਂ ਨੂੰ ਪ੍ਰਾਈਜ਼ ਮਿਲਣਾ ਸੀ, ਇਨਾਮ ਮਿਲਣਾ ਸੀ। ਕਿਸ ਕਰਕੇ? ਕਿਉਂਕਿ ਜਿਹੜਾ ਪਾਸ਼ੀ ਸੀ ਉਹ ਪਿਛਲੇ ਸਾਲ +1 ਦੇ ਇਮਤਿਹਾਨਾਂ ਵਿੱਚ ਫਸਟ ਆਇਆ ਸੀ ਤੇ ਜਿਹੜਾ ਛਿੰਦਾ ਸੀ ਉਸਨੂੰ ਪੰਜਾਬੀ ਨਾਚ ਵਿੱਚ ਗਾਉਣ ਵਜਾਉਣ ਤੇ ਭੰਗੜਾ ਪਾਉਣ ਵਿੱਚ। ਪਾਸ਼ੀ ਦੇ ਮਨ ਨੂੰ ਕੀ ਤਸੱਲੀ ਸੀ? ਪਾਸ਼ੀ ਦੇ ਮਨ ਨੂੰ ਤਸੱਲੀ ਸੀ ਕਿ ਉਹ ਪੜ੍ਹ ਲਿਖ ਕੇ ਉਹ ਜੋ ਵੀ ਹੋ ਸਕਿਆ ਆਪਣੇ ਦੇਸ਼ ਲਈ ਕਰੇਗਾ। ਪਾਸ਼ੀ ਦੇ ਮਨ ਨੂੰ ਬੱਚੋ ਕੀ ਤਸੱਲੀ ਸੀ? ਪਾਸ਼ੀ ਦੇ ਮਨ ਨੂੰ ਤਸੱਲੀ ਸੀ ਕਿ ਉਹ ਪੜ੍ਹ ਲਿਖ ਕੇ ਜਦੋਂ ਪੜ੍ਹ ਲਿਖ ਜਾਏਗਾ ਜੋ ਵੀ ਹੋ ਸਕਿਆ ਉਹ ਆਪਣੇ ਦੇਸ਼ ਲਈ ਕਰੇਗਾ ਅਤੇ ਆਪਣੇ ਦੇਸ਼ ਵਿੱਚ ਹੀ ਰਹੇਗਾ। ਅਗਲਾ ਪ੍ਰਸ਼ਨ ਹੈ ਬੱਚੋ, ਇਸ ਕਹਾਣੀ ਨੂੰ ਸੰਖੇਪ ਰੂਪ ਵਿੱਚ ਲਿਖੋ। ਇਸ ਕਹਾਣੀ ਵਿੱਚ ਕੁੰਜਾ ਨੇ ਉੱਡ ਜਾਣਾ ਤੋਂ ਭਾਵ ਹੈ ਵਿਦੇਸ਼ ਜਾ ਕੇ ਕੋਈ ਕੰਮ ਧੰਦਾ ਕਰਨਾ। ਇਸ ਕਹਾਣੀ ਵਿੱਚ ਦੋ ਦੋਸਤਾਂ ਦੀ ਕਹਾਣੀ ਰਾਹੀਂ ਲੇਖਕ ਨੇ ਦੱਸਿਆ ਹੈ ਕਿ ਇੱਕ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ, ਉਹ ਪੜ੍ਹ ਲਿਖ ਕੇ ਇੱਥੇ ਹੀ ਰਹਿਣਾ ਚਾਹੁੰਦਾ ਹੈ, ਜਦਕਿ ਦੂਸਰਾ ਬੇਰੁਜ਼ਗਾਰੀ ਦੇ ਡਰ ਕਰਕੇ ਵਿਦੇਸ਼ ਧਰਤੀ ਤੇ ਜਾਣਾ ਚਾਹੁੰਦਾ ਹੈ। ਇਸ ਕਹਾਣੀ ਵਿੱਚ ਕੁੰਜਾ ਨੇ ਉੱਡ ਜਾਣਾ ਤੋਂ ਕੀ ਭਾਵ ਹੈ? ਵਿਦੇਸ਼ ਜਾ ਕੇ ਕੋਈ ਕੰਮ ਧੰਦਾ ਕਰਨਾ। ਇਸ ਕਹਾਣੀ ਵਿੱਚ ਲੇਖਕ ਨੇ ਦੋ ਦੋਸਤਾਂ ਦੀ ਕਹਾਣੀ ਰਾਹੀਂ ਦੱਸਿਆ ਹੈ ਕਿ ਇੱਕ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਹ ਪੜ੍ਹ ਲਿਖ ਕੇ ਇੱਥੇ ਹੀ ਰਹਿਣਾ ਚਾਹੁੰਦਾ ਹੈ, ਦੂਜਾ ਬੇਰੁਜ਼ਗਾਰੀ ਦੇ ਡਰ ਦੇ ਕਾਰਨ ਵਿਦੇਸ਼ ਧਰਤੀ ਤੇ ਜਾਣਾ ਚਾਹੁੰਦਾ ਹੈ। ਪਾਸ਼ੀ ਤੇ ਛਿੰਦਾ ਨਵੇਂ ਸਕੂਲ ਵਿੱਚ ਆ ਕੇ ਕੀ ਮਹਿਸੂਸ ਕਰਦੇ ਸਨ ਤੇ ਉਹਨਾਂ ਦਾ ਮਨ ਕਿਵੇਂ ਲੱਗਿਆ? ਪਾਸ਼ੀ ਤੇ ਛਿੰਦਾ ਨਵੇਂ ਸਕੂਲ ਵਿੱਚ ਆ ਕੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਸਨ। ਜਦੋਂ ਪਾਸ਼ੀ ਅਤੇ ਛਿੰਦਾ ਨਵੇਂ ਸਕੂਲ ਵਿੱਚ ਆਏ ਤਾਂ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਸਨ। ਉਹਨਾਂ ਦਾ ਕੋਈ ਵੀ ਸਾਥੀ ਨਹੀਂ ਸੀ ਬਣਿਆ ਤੇ ਉਹਨਾਂ ਦਾ ਮਨ ਵੀ ਨਹੀਂ ਲੱਗ ਰਿਹਾ ਸੀ। ਇੱਕ ਦਿਨ ਅਚਾਨਕ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੋਈ ਤੇ ਉਹ ਇੱਕ ਦੂਜੇ ਦੇ ਪੱਕੇ ਮਿੱਤਰ ਬਣ ਗਏ। ਉਹ ਪਰਛਾਵੇਂ ਵਾਂਗ ਇੱਕ ਦੂਜੇ ਦਾ ਸਾਥ ਦਿੰਦੇ, ਉਹ ਇਕੱਠੇ ਪੜ੍ਹਦੇ, ਇਕੱਠੇ ਖੇਡਦੇ ਅਤੇ ਇਕੱਠੇ ਹੀ ਘੁੰਮਦੇ ਫਿਰਦੇ ਸਨ। ਇਸ ਪ੍ਰਕਾਰ ਉਹਨਾਂ ਦਾ ਮਨ ਲੱਗਿਆ। ਪਾਸ਼ੀ ਤੇ ਛਿੰਦਾ ਬੱਚੋ ਜਦੋਂ ਨਵੇਂ ਸਕੂਲ ਵਿੱਚ ਆਏ ਤਾਂ ਉਹਨਾਂ ਨੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਸਨ। ਉਹਨਾਂ ਦਾ ਕੋਈ ਵੀ ਸਾਥੀ ਨਹੀਂ ਸੀ ਬਣਿਆ ਤੇ ਉਹਨਾਂ ਦਾ ਮਨ ਵੀ ਨਹੀਂ ਲੱਗ ਰਿਹਾ ਸੀ। ਇੱਕ ਦਿਨ ਅਚਾਨਕ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੋਈ ਤੇ ਉਹ ਇੱਕ ਦੂਜੇ ਦੇ ਪੱਕੇ ਮਿੱਤਰ ਬਣ ਗਏ। ਉਹ ਪਰਛਾਵੇਂ ਵਾਂਗ ਇੱਕ ਦੂਜੇ ਦਾ ਸਾਥ ਦਿੰਦੇ, ਉਹ ਇਕੱਠੇ ਪੜ੍ਹਦੇ, ਇਕੱਠੇ ਖੇਡਦੇ ਅਤੇ ਇਕੱਠੇ ਹੀ ਘੁੰਮਦੇ ਫਿਰਦੇ ਸਨ। ਇਸ ਪ੍ਰਕਾਰ ਉਹਨਾਂ ਦਾ ਮਨ ਲੱਗਿਆ। ਛਿੰਦਾ ਬਾਹਰ ਵਿਦੇਸ਼ ਜਾਣ ਦਾ ਸ਼ੌਕੀਨ ਸੀ। ਕਿਉਂ? ਛਿੰਦੇ ਨੂੰ ਇਸ ਗੱਲ ਦਾ ਡਰ ਸੀ ਕਿ ਭਾਰਤ ਵਿੱਚ ਪੜ੍ਹੇ ਲਿਖੇ ਲੋਕ ਵੀ ਬੇਰੁਜ਼ਗਾਰ ਘੁੰਮਦੇ ਹਨ ਤੇ ਉਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਮਿਲਦਾ। ਇਸੇ ਡਰ ਤੋਂ ਉਹ ਬਾਹਰ ਵਿਦੇਸ਼ ਜਾਣ ਦਾ ਸ਼ੌਕੀਨ ਸੀ। ਉਹ ਬਾਹਰ ਵਿਦੇਸ਼ ਕਿਉਂ ਜਾਣਾ ਚਾਹੁੰਦਾ ਸੀ ਬੱਚੋ? ਕਿਉਂਕਿ ਛਿੰਦੇ ਨੂੰ
ਇਸ ਗੱਲ ਦਾ ਡਰ ਸੀ ਕਿ ਭਾਰਤ ਵਿੱਚ ਪੜ੍ਹੇ ਲਿਖੇ ਲੋਕ ਵੀ ਬੇਰੁਜ਼ਗਾਰ ਘੁੰਮਦੇ ਹਨ ਤੇ ਉਹਨਾਂ ਨੂੰ ਕੋਈ ਕੰਮ ਧੰਦਾ ਨਹੀਂ ਸੀ ਮਿਲਦਾ। ਇਸੇ ਡਰ ਤੋਂ ਉਹ ਬਾਹਰ ਵਿਦੇਸ਼ ਜਾਣ ਦੇ ਸ਼ੌਕੀਨ ਸਨ। ਇਹ ਸੀ ਬੱਚੋ ਇਸ ਪਾਠ ਦੇ ਪ੍ਰਸ਼ਨ ਉੱਤਰ। ਹੁਣ ਬੱਚੋ ਅਸੀਂ ਇਸ ਪਾਠ ਦੇ ਅਭਿਆਸ ਕਰਾਂਗੇ। ਅਭਿਆਸ ਵਿੱਚ ਬਹੁ ਵਿਕਲਪੀ ਪ੍ਰਸ਼ਨ ਉੱਤਰ। ਪਾਸ਼ੀ ਕਿੱਥੇ ਰਹਿ ਕੇ ਪੜ੍ਹਨ ਆਇਆ ਸੀ? ਪਾਸ਼ੀ ਕਿੱਥੇ ਰਹਿ ਕੇ ਪੜ੍ਹਨ ਆਇਆ ਸੀ? ਪਰਦੇਸ ਵਿੱਚ, ਘਰ ਵਿੱਚ ਹੀ, ਹੋਸਟਲ ਵਿੱਚ ਜਾਂ ਵਿਦੇਸ਼ ਵਿੱਚ? ਕਿੱਥੇ ਬੱਚੋ ਪੜ੍ਹਨ ਆਇਆ ਸੀ? ਹੋਸਟਲ ਵਿੱਚ। ਕਿੱਥੇ ਪੜ੍ਹਨ ਆਇਆ ਸੀ ਬੱਚੋ? ਹੋਸਟਲ ਵਿੱਚ। ਛਿੰਦਾ ਕੌਣ ਸੀ? ਇੱਕ ਸ਼ਰਾਰਤੀ ਮੁੰਡਾ, ਇੱਕ ਬਦਮਾਸ਼, ਇੱਕ ਲੁਟੇਰਾ ਜਾਂ ਪਾਸ਼ੀ ਦਾ ਜਮਾਤੀ? ਛਿੰਦਾ ਕੌਣ ਸੀ ਬੱਚੋ? ਪਾਸ਼ੀ ਦਾ ਜਮਾਤੀ। ਉਹ ਪਾਸ਼ੀ ਦੇ ਨਾਲ ਹੀ ਪੜ੍ਹਦਾ ਸੀ। ਛਿੰਦਾ ਕਿੱਥੇ ਜਾਣਾ ਚਾਹੁੰਦਾ ਸੀ? ਵਿਦੇਸ਼ ਵਿੱਚ, ਸ਼ਹਿਰ ਵਿੱਚ, ਬਾਹਰਲੇ ਸੂਬੇ ਵਿੱਚ ਜਾਂ ਪਹਾੜੀ ਇਲਾਕੇ ਵਿੱਚ? ਛਿੰਦਾ ਕਿੱਥੇ ਜਾਣਾ ਚਾਹੁੰਦਾ ਸੀ ਬੱਚੋ? ਵਿਦੇਸ਼ ਵਿੱਚ। ਕਿੱਥੇ ਜਾਣਾ ਚਾਹੁੰਦਾ ਸੀ? ਵਿਦੇਸ਼ ਵਿੱਚ। ਛਿੰਦਾ ਕਾਹਦੇ ਵਿੱਚ ਨਿਪੁੰਨ ਸੀ? ਖੇਡਾਂ ਵਿੱਚ, ਕਿਸੇ ਕੰਮ ਵਿੱਚ ਵੀ ਨਹੀਂ, ਗਾਉਣ ਤੇ ਨੱਚਣ ਵਿੱਚ ਜਾਂ ਪੜ੍ਹਾਈ ਵਿੱਚ? ਕਿਸ ਵਿੱਚ ਸੀ ਬੱਚੋ? ਗਾਉਣ ਤੇ ਨੱਚਣ ਵਿੱਚ। ਅਗਲਾ ਹੈ ਬੱਚੋ, ਕੁੰਜਾ ਨੇ ਉੱਡ ਜਾਣਾ ਤੋਂ ਕੀ ਭਾਵ ਹੈ? ਸ਼ਹਿਰ ਚਲੇ ਜਾਣਾ, ਹੋਰ ਪ੍ਰਾਂਤ ਵਿੱਚ ਚਲੇ ਜਾਣਾ, ਪੰਛੀਆਂ ਦਾ ਉੱਡ ਜਾਣਾ ਜਾਂ ਵਿਦੇਸ਼ ਚਲੇ ਜਾਣਾ? ਕੀ ਹੈ ਬੱਚੋ? ਵਿਦੇਸ਼ ਚਲੇ ਜਾਣਾ। ਅਗਲਾ ਹੈ ਬੱਚੋ, ਖਾਲੀ ਥਾਵਾਂ ਭਰੋ। ਪਾਸ਼ੀ ਦਾ ਨਵੇਂ ਸਕੂਲ ਵਿੱਚ ਜਾ ਕੇ ਡੈਸ਼ ਨਹੀਂ ਸੀ ਲੱਗ ਰਿਹਾ। ਪਾਸ਼ੀ ਦਾ ਬੱਚੋ ਨਵੇਂ ਸਕੂਲ ਵਿੱਚ ਜਾ ਕੇ ਕੀ ਨਹੀਂ ਲੱਗ ਰਿਹਾ ਸੀ? ਦਿਲ। ਕੀ ਨਹੀਂ ਲੱਗ ਰਿਹਾ ਸੀ? ਦਿਲ। ਛਿੰਦਾ ਇੱਕ ਸੁਨੱਖਾ ਤੇ ਡੈਸ਼ ਮੁੰਡਾ ਸੀ। ਛਿੰਦਾ ਇੱਕ ਸੁਨੱਖਾ ਕੀ ਹੁੰਦਾ? ਸੋਹਣਾ। ਤੇ ਡੈਸ਼ ਮੁੰਡਾ ਸੀ? ਮਿਲਾਪੜਾ। ਕਿਹੜਾ ਮੁੰਡਾ ਸੀ? ਮਿਲਾਪੜਾ। ਮਿਲਾਪੜਾ ਕੀ ਹੁੰਦਾ? ਜਿਹੜੇ ਸਭ ਦੇ ਨਾਲ ਬੜੇ ਪਿਆਰ ਦੇ ਨਾਲ ਰਹਿੰਦਾ ਹੋਵੇ। ਪੜ੍ਹਾਈ ਦਾ ਥਕੇਵਾ ਲਾਉਣ ਲਈ ਉਹ ਡੈਸ਼ ਵਿੱਚ ਆ ਜਾਂਦੇ। ਪੜ੍ਹਾਈ ਦਾ ਥਕੇਵਾ ਲਾਉਣ ਲਈ ਉਹ ਕਿੱਥੇ ਆ ਜਾਂਦੇ? ਰੋਜ਼ ਗਾਰਡਨ। ਕਿੱਥੇ ਆ ਜਾਂਦੇ ਬੱਚੋ? ਰੋਜ਼ ਗਾਰਡਨ। ਡੈਸ਼ ਫੰਕਸ਼ਨ ਵਿੱਚ ਦੋਵਾਂ ਦੋਸਤਾਂ ਦੀ ਖੂਬ ਧੁੰਮ ਸੀ। ਡੈਸ਼ ਫੰਕਸ਼ਨ ਕਿਹੜਾ ਫੰਕਸ਼ਨ ਸੀ ਬੱਚੋ? ਸਾਲਾਨਾ ਫੰਕਸ਼ਨ। ਕਿਹੜਾ ਫੰਕਸ਼ਨ ਬੱਚੋ ਸੀ? ਸਾਲਾਨਾ ਫੰਕਸ਼ਨ। ਅਗਲਾ ਹੈ ਬੱਚੋ, ਸਮਾਗਮ ਤੋਂ ਬਾਅਦ ਵਿਦਾਈ ਵੇਲੇ ਦੋਵੇਂ ਦੋਸਤ ਕਾਫੀ ਡੈਸ਼ ਸਨ। ਸਮਾਗਮ ਤੋਂ ਬਾਅਦ ਵਿਦਾਈ ਵੇਲੇ ਦੋਵੇਂ ਦੋਸਤ ਕਾਫੀ ਕੀ ਸਨ? ਨਿਰਾਸ਼। ਕੀ ਸਨ ਬੱਚੋ? ਨਿਰਾਸ਼। ਅੱਗੇ ਹੈ ਬੱਚੋ, ਹੇਠਾਂ ਲਿਖੇ ਵਾਕ ਕਿਸ ਨੇ ਕਿਸ ਨੂੰ ਕਹੇ? ਅਸੀਂ ਕਦੋਂ ਤੇ ਕਿਉਂ ਨਹੀਂ ਕਰਦੇ, ਓਨਲੀ ਕੀ ਕਰਨੇ ਆ? ਅਸੀਂ ਕੇਵਲ ਅਸੀਂ ਕੀ ਕਰਨੀ ਹੈ? ਇਹ ਵਾਕ ਕਿਸ ਨੇ ਕਿਸ ਨੂੰ ਕਹੇ ਜਾਂ ਕਿਹਨੂੰ ਕਹੇ? ਪਹਿਲਾ ਹੈ ਬੱਚੋ, ਕੀ ਕਰੇਗਾ? ਬੇਰੁਜ਼ਗਾਰ ਭਟਕਦਾ ਫਿਰੇਗਾ, ਤੂੰ ਵੀ ਬਾਕੀ ਮੁੰਡਿਆਂ ਵਾਂਗ। ਇਹ ਸ਼ਬਦ ਕਿਸ ਨੇ ਕਹੇ? ਛਿੰਦੇ ਨੇ ਪਾਸ਼ੀ ਨੂੰ। ਕਿਸ ਨੇ ਕਿਹਾ ਬੱਚੋ? ਛਿੰਦੇ ਨੇ ਪਾਸ਼ੀ ਨੂੰ। ਅੱਛਾ। ਦੂਸਰਾ ਕੀ ਹੈ ਬੱਚੋ? ਅੱਛਾ। ਕਿਤਾਬਾਂ ਨਾਲ ਮੱਤਾ ਮਾਰ ਕੇ ਤੂੰ ਅਜੇ ਥੱਕਿਆ ਨਹੀਂ, ਅੱਕਿਆ ਨਹੀਂ ਅਜੇ। ਇਹ ਸ਼ਬਦ ਕਿਸ ਨੇ ਕਹੇ? ਛਿੰਦੇ ਨੇ ਪਾਸ਼ੀ ਨੂੰ। ਕਿਸ ਨੇ ਕਹੇ ਬੱਚੋ? ਛਿੰਦੇ ਨੇ ਪਾਸ਼ੀ ਨੂੰ। ਅਗਲਾ ਹੈ ਬੱਚੋ, ਜੇ ਤੁਹਾਨੂੰ ਆਪਣੇ ਪਿੰਡ ਹੀ ਸਾਕ ਕਰਾ ਦੇਵਾਂ ਫਿਰ ਤਾਂ ਮੰਨੇਗਾ ਮੈਨੂੰ ਆਪਣਾ ਗੁਰੂ। ਇਹ ਸ਼ਬਦ ਕਿਸ ਨੇ ਕਹੇ? ਪਾਸ਼ੀ ਨੇ ਛਿੰਦੇ ਨੂੰ। ਕਿਸ ਨੇ ਕਹੇ ਬੱਚੋ? ਪਾਸ਼ੀ ਨੇ ਛਿੰਦੇ ਨੂੰ। ਨਾ ਬਈ ਨਾ, ਆਪਾਂ ਤਾਂ ਇੱਥੇ ਹੀ ਚੰਗੇ ਹਾਂ ਦੇਸੀ ਬੰਦੇ। ਨਾ ਬਈ ਨਾ, ਆਪਾਂ ਤਾਂ ਇੱਥੇ ਹੀ ਚੰਗੇ ਹਾਂ ਦੇਸੀ ਬੰਦੇ। ਇਹ ਸ਼ਬਦ ਕਿਸ ਨੇ ਕਹੇ? ਪਾਸ਼ੀ ਨੇ ਛਿੰਦੇ ਨੂੰ। ਕਿਸ ਨੇ ਕਿਹਾ ਬੱਚੋ? ਪਾਸ਼ੀ ਨੇ ਛਿੰਦੇ ਨੂੰ।
ਇਹ ਸੀ ਬੱਚੋ ਪਾਠ 20 ਕੁੰਜਾਂ ਨੇ ਉੱਡ ਜਾਣਾ ਦੇ ਪ੍ਰਸ਼ਨ ਉੱਤਰ ਅਤੇ ਬੁੱਕ ਦੀ ਬੈਕ ਐਕਸਰਸਾਈਜ਼। ਆਈ ਹੋਪ ਤੁਹਾਨੂੰ ਸਭ ਬੱਚਿਆਂ ਨੂੰ ਇਹ ਪਾਠ, ਇਸ ਦੇ ਪ੍ਰਸ਼ਨ ਉੱਤਰ ਅਤੇ ਇਸ ਦੀ ਬੁੱਕ ਐਕਸਰਸਾਈਜ਼ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੈ ਤੇ ਤੁਹਾਨੂੰ ਹੁਣ ਯਾਦ ਕਰਨ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ।